अगर कोई किसान सोचे कि मैं 10 किले ठेके ते लैके गन्ने दी ही खेती करा, ਜਿਹੜੇ ਕਿਸਾਨ ਠੀਕ ਹੈ ਨਾ ਲੇਟ ਹੋ ਗਏ ਹੁਣ ਦੇ ਸਮੇਂ ਵੀ ਉਹ ਵੀ ਗੰਨੇ ਦੀ ਬਿਜਾਈ ਕਰ ਸਕਦੇ ਆ। डॉक्टर साहब सानू ये दसो कि प्रति एकड़ बीज की कितनी कुछ मात्रा आती है? ਜੇ ਕੋਈ ਕਿਸਾਨ ਵੀਰ CO 118 ਤੇ COG 85 ਬੀਜ ਰਿਹਾ ਹੈ, अगर मान लो मेरे को 4 किले पैली आ तो मैं यदि बैच फार्मिंग करना चाहना, मैं कहना कि मैं 1 किले पहला गन्ना ला लिया, अगले साल मैं दूसरे किले चलाऊँगा, तो वो गन्ने तो बाद किहड़ी फसल बीजी जाए? ਤੇ ਹੁਣ ਦੇ ਟਾਈਮ ਜੇ ਕੋਈ ਘੁਲਾੜੀ ਵਾਲੇ ਤੋਂ ਤੁਸੀਂ ਪੁੱਛੋ ਤੇ ਕਿਤੇ ਸਰਕਾਰੀ ਰੇਟ 310 ਰੁਪਏ ਤੇ ਜਿਹੜੇ ਘੁਲਾੜੀ ਵਾਲੇ ਰਸ ਵੇਚਦੇ ਨੇ ਉਹ 400 500 ਰੁਪਏ ਵੀ ਮੁੱਲ ਦੇ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਗੁਰਕੀਰਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਖੇਤੀਬਾੜੀ ਟੀਵੀ। ਅੱਜ ਕੱਲ੍ਹ ਕਿਸਾਨ ਭਰਾਵਾਂ ਵਿੱਚ ਇੱਕ ਚੀਜ਼ ਬਹੁਤ ਹੀ ਪ੍ਰਚਲਿਤ ਹੋ ਰਹੀ ਹੈ, ਕ੍ਰੌਪ ਡਾਇਵਰਸਿਫਿਕੇਸ਼ਨ, ਜਾਂ ਜਿਹਨੂੰ ਕਹਿ ਲਓ ਕਿ ਫਸਲ ਵਿਭਿੰਨਤਾ। ਤਾਂ ਇਸੇ ਹੀ ਮੁੱਦੇ ਤੇ ਅਸੀਂ ਗੱਲਬਾਤ ਕਰਾਂਗੇ ਕਿ ਗੰਨਾ ਇਸ ਕ੍ਰੌਪ ਡਾਇਵਰਸਿਫਿਕੇਸ਼ਨ ਜਾਂ ਫਸਲ ਵਿਭਿੰਨਤਾ ਵਿੱਚ ਕੀ ਰੋਲ ਅਦਾ ਕਰ ਰਿਹਾ ਹੈ। ਸੋ ਸਵਾਗਤ ਹੈ ਡਾਕਟਰ ਗੌਰਵ ਅਰੋੜਾ ਜੀ ਸਾਡੇ ਖੇਤੀਬਾੜੀ ਟੀਵੀ ਚੈਨਲ। ਬਹੁਤ ਬਹੁਤ ਸ਼ੁਕਰੀਆ ਗੁਰਕੀਰਤ ਜੀ, ਤੇ ਸਾਰੇ ਦਰਸ਼ਕਾਂ ਨੂੰ, ਖੇਤੀਬਾੜੀ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਇਸ ਦੀ ਕਿਵੇਂ ਬੀਜ ਸੋਧ ਕੀਤੀ ਜਾ ਸਕਦੀ ਹੈ, ਕਿਵੇਂ ਇਹਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ, ਮੰਡੀਕਰਨ ਕਿਵੇਂ ਕੀਤਾ ਜਾਂਦਾ ਹੈ? ਜਿੱਥੋਂ ਤੱਕ ਗੰਨੇ ਦੀ ਗੱਲ ਹੈ, ਜਿਹੜਾ ਬਿਜਾਈ ਦਾ ਸਮਾਂ ਹੈ ਗੰਨੇ ਦੀ ਬਿਜਾਈ ਦਾ, ਉਹ ਸਭ ਤੋਂ ਢੁਕਵਾਂ ਸਮੇਂ ਜਿਹੜਾ ਹੈਗਾ ਉਹ ਹੈ ਅੱਧ ਫਰਵਰੀ ਤੋਂ ਆਖਿਰ ਮਾਰਚ ਤੱਕ। ਇਸ ਤੋਂ ਇਲਾਵਾ ਗੰਨੇ ਦੀ ਬਿਜਾਈ ਪਤਝੜ ਰੁੱਤ ਦੇ ਵਿੱਚ ਵੀ ਕੀਤੀ ਜਾਂਦੀ ਹੈ, ਜੋ ਕਿ 15 ਸਤੰਬਰ ਤੋਂ ਸ਼ੁਰੂ ਹੋ ਕੇ ਆਖਿਰ ਅਕਤੂਬਰ ਤੱਕ ਚੱਲਦੀ ਹੈ। ਜਿਹੜੇ ਕਿਸਾਨ ਠੀਕ ਹੈ ਨਾ ਲੇਟ ਹੋ ਗਏ ਹੁਣ ਦੇ ਸਮੇਂ ਵੀ ਉਹ ਵੀ ਗੰਨੇ ਦੀ ਬਿਜਾਈ ਕਰ ਸਕਦੇ ਆ। ਉਹਦਾ ਤਰੀਕਾ ਹੈ ਕਿ ਗੰਨੇ ਦੀ ਪਨੀਰੀ ਬੀਜ ਕੇ ਬਾਅਦ ਦੇ ਵਿੱਚ ਉਹ ਪਨੀਰੀ ਲਾ ਦੇਣ ਖੇਤ ਦੇ ਵਿੱਚ ਸਿੱਧੇ ਤੌਰ ਤੇ ਉਸ ਨਾਲ ਕੀ ਹੋਏਗਾ, ਇੱਕ ਤਾਂ ਜਰਮੀਨੇਸ਼ਨ 'ਚ ਕੋਈ ਫਰਕ ਨਹੀਂ ਪਏਗਾ ਗੰਨੇ ਦੀ ਬਿਜਾਈ ਤੇ ਨਾ ਹੀ ਝਾੜ ਦਾ ਬਹੁਤ ਜ਼ਿਆਦਾ ਫਰਕ ਪਏਗਾ। ਡਾਕਟਰ ਸਾਹਿਬ ਸਾਨੂੰ ਗੰਨੇ ਦੀਆਂ ਸਾਰੀਆਂ ਕਿਸਮਾਂ ਬਾਰੇ ਦੱਸੋ, ਕਿਹੜੀ ਇਸ ਟਾਈਮ ਬੀਜੀ ਜਾ ਸਕਦੀ ਆ ਜਾਂ ਜਿਹਦੇ ਤੋਂ ਜ਼ਿਆਦਾ ਆਪਾਂ ਲਾਹਾ ਲੈ ਸਕਦੇ ਹਾਂ? ਗੰਨੇ ਦੇ ਜਿਹੜੇ ਕਿਸਮਾਂ ਨੇ ਉਹ ਦੋ ਗਰੁੱਪ ਦੇ ਵਿੱਚ ਡਿਵਾਈਡ ਕੀਤੀ ਵੀ ਹੈ। ਇੱਕ ਤੋਂ ਅਗੇਤੀ ਕਿਸਮਾਂ, ਇੱਕ ਦਰਮਿਆਨੀ ਤੇ ਪਿਛੇਤੀ ਕਿਸਮਾਂ। ਜਿਹੜੀ ਅਗੇਤੀ ਕਿਸਮਾਂ ਨੇ ਉਹਦੇ ਵਿੱਚ ਇਸ ਸਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਠੀਕ ਹੈ COPB 95 COPB 96 ਇੱਕ ਇਹ ਦੋ ਕਿਸਮਾਂ ਨਵੀਂ ਦਿੱਤੀ ਹੈ ਅਗੇਤੀ ਕਿਸਮਾਂ ਦੇ ਵਿੱਚ। ਤੇ ਇੱਕ ਨਵੀਂ ਕਿਸਮ ਔਰ ਹੈ CO 15023। ਇਸ ਤੋਂ ਇਲਾਵਾ COG 85 CO 118 ਇਹ ਅਗੇਤੀ ਕਿਸਮਾਂ ਨੇ। ਜੇ ਹੁਣ ਗੱਲ ਕਰੀਏ ਆਪਾਂ ਦਰਮਿਆਨੀ ਤੇ ਪਿਛੇਤੀ ਕਿਸਮਾਂ ਦੇ ਵਿੱਚ, ਤੇ CO 238 ਜੋ ਸਭ ਤੋਂ ਜ਼ਿਆਦਾ ਰਕਬਾ CO 238 ਦਾ ਹੀ ਹੈ। ਤੇ ਖੇਤੀਬਾੜੀ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਲੁਧਿਆਣਾ ਵੱਲੋਂ ਇਸ ਸਾਲ ਦਰਮਿਆਨੀ ਗਰੁੱਪ ਦੇ ਵਿੱਚ ਵੀ COPB 98 ਕਿਸਮ ਦਿੱਤੀ ਹੈ। ਇਸ ਤੋਂ ਇਲਾਵਾ COPB 91 ਹੋ ਗਈ, 93 ਹੋ ਗਈ, COPB 94 ਇਹ ਦਰਮਿਆਨੀ ਤੇ ਪਿਛੇਤੀ ਕਿਸਮਾਂ ਨੇ। ਡਾਕਟਰ ਸਾਹਿਬ ਸਾਨੂੰ ਇਹ ਦੱਸੋ ਕਿ ਪ੍ਰਤੀ ਏਕੜ ਬੀਜ ਦੀ ਕਿੰਨੀ ਕੁ ਮਾਤਰਾ ਆਉਂਦੀ ਹੈ? 1 ਕਿੱਲੇ ਮਗਰ ਗੰਨੇ ਦਾ 30 ਤੋਂ 35 ਕੁਇੰਟਲ ਬੀਜ ਲੱਗਦਾ ਹੈ। ਜੇ ਕੋਈ ਕਿਸਾਨ ਵੀਰ CO 118 ਤੇ COG 85 ਬੀਜ ਰਿਹਾ ਤੇ ਉਹਦੇ 10% ਬੀਜ ਦੀ ਮਾਤਰਾ ਐਕਸਟਰਾ ਲੱਗੇਗੀ। ਠੀਕ ਹੈ, ਤੇ ਗੰਨੇ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਖਰਚਾ ਹੈ ਉਹ ਬੀਜ ਦਾ ਹੀ ਖਰਚਾ ਹੁੰਦਾ ਹੈ। ਠੀਕ ਹੈ, ਇਸ ਖਰਚੇ ਨੂੰ ਆਪਾਂ ਬਚਾ ਸਕਦੇ ਹਾਂ ਔਰ ਵੀ ਇਹਨੂੰ ਘਟਾਇਆ ਜਾ ਸਕਦਾ ਹੈ। ਉਹ ਤਰੀਕਾ ਵੱਖਰੇ ਵੱਖਰੇ ਹੈ ਕਿ ਕਿਸਾਨ 2 ਜਾਂ 3 ਅੱਖਾਂ ਦੀ ਗੁੱਲੀਆਂ ਦੀ ਬਿਜਾਈ ਨਾ ਕਰਕੇ ਜੇ ਇੱਕ ਅੱਖ ਦੀ ਗੁੱਲੀ ਜਿਹਨੂੰ ਆਪਾਂ ਸਿੰਗਲ ਵਰਡ ਕਹਿ ਦਿੰਦੇ ਹਾਂ ਜੇ ਉਹ ਬੀਜੇ ਤੇ 30 ਤੋਂ 35 ਕੁਇੰਟਲ ਦੀ ਥਾਂ ਤੇ 12 ਤੋਂ 13 ਕੁਇੰਟਲ ਬੀਜ ਹੀ ਲੱਗੇਗਾ 1 ਕਿੱਲੇ ਮਗਰ। ਜੇ ਕਿਸਾਨ ਔਰ ਮਿਹਨਤ ਕਰੇ ਤੇ ਇੱਕ ਵਿਧੀ ਔਰ ਹੁੰਦੀ ਹੈ ਚਿਪ ਬਡ ਵਿਧੀ, ਜਿਹਨੂੰ ਕਹਿੰਦੇ ਆ ਕਿ ਅੱਖ ਕੱਢ ਕੇ ਉਹ ਪਨੀਰੀ ਬੀਜ ਸਕੇ ਤੇ 1.5 ਤੋਂ 2 ਕੁਇੰਟਲ ਬੀਜ 1 ਕਿੱਲੇ ਮਗਰ ਲੱਗਦਾ। ਇੱਕ ਡਾਕਟਰ ਸਾਹਿਬ ਹੋਰ ਜ਼ਿਮੀਂਦਾਰ ਭਰਾ ਬੜੇ ਆਪਣੇ ਕਿਸਾਨ ਸੰਘਰਸ਼ ਕਰਦੇ ਆ ਬੀਜ ਸੋਧ ਨੂੰ ਲੈ ਕੇ ਕਿ ਫਸਲ ਨੂੰ ਵੱਧ ਤੋਂ ਵੱਧ ਹੋਰ ਵਧੀਆ ਕੀਤਾ ਜਾਵੇ, ਤਾਂ ਇਹਦੇ ਵਿੱਚ ਗੰਨੇ ਦੀ ਬੀਜ ਸੋਧ ਕਿਵੇਂ ਹੋ ਸਕਦੀ? ਮੈਂ ਤਾਂ ਸਗੋਂ ਇਸ 'ਚ ਬੀਜ ਸੋਧ ਦੇ ਵਿੱਚ ਕਹੂੰਗਾ ਕਿ ਸਾਰੇ ਕਿਸਾਨ ਨੂੰ ਮੈਂ ਗੁਜ਼ਾਰਿਸ਼ ਕਰੂੰਗਾ ਕਿ ਇਕੱਲਾ ਗੰਨਾ ਹੀ ਨਹੀਂ, ਜਿਹੜੀ ਮਰਜ਼ੀ ਉਹ ਫਸਲ ਬੀਜਣ ਹਮੇਸ਼ਾ ਬੀਜ ਸੋਧ ਕਰਕੇ ਬੀਜਣ। ਠੀਕ ਹੈ, ਜੇ ਮੈਂ ਗੰਨੇ ਦੀ ਗੱਲ ਕਰਾਂ ਤੇ ਗੰਨੇ ਦੀ ਬੀਜ ਸੋਧ ਲਈ ਦਵਾਈ ਆਉਂਦੀ ਹੈ ਇਥਰਲ 25 ml ਇਥਰਲ 100 ਲੀਟਰ ਪਾਣੀ ਵਿੱਚ ਘੋਲ ਕੇ, ਜਿਹੜੀ 1 ਕਿੱਲੇ ਦਾ ਬੀਜ ਹੈ ਉਹਦੀ ਗੁੱਲੀਆਂ 24 ਘੰਟੇ ਵਾਸਤੇ ਡੁਬੋ ਕੇ ਰੱਖੀਏ, ਫਿਰ ਉਹਨੂੰ ਬੀਜੀਏ ਤੇ ਬੜੇ ਵਧੀਆ ਤਰੀਕੇ ਨਾਲ ਜਰਮੀਨੇਸ਼ਨ ਦਾ ਵੀ ਵਾਧਾ ਹੁੰਦਾ ਹੈ ਤੇ ਉਹਦਾ ਫੁਟਾਰ ਦਾ ਵੀ ਕਾਫੀ ਵਾਧਾ ਹੁੰਦਾ ਹੈ। ਤੇ ਡਾਕਟਰ ਸਾਹਿਬ ਕੁਝ
ਇਹਦੇ 'ਚ ਇਵੇਂ ਦਾ ਆਪਾਂ ਫਾਇਦਾ ਲੈ ਸਕਦੇ ਕਿ ਕੋਈ ਫਸਲ ਪਹਿਲਾਂ ਬੀਜੀ ਹੋਵੇ ਆਪਾਂ ਉਸ ਖੇਤ ਵਿੱਚ, ਜਿਹੜੀ ਕਿ ਡਾਇਰੈਕਟ ਗੰਨੇ ਨੂੰ ਫਾਇਦਾ ਦੇ ਸਕੇ, ਉਹਨੂੰ ਜਲਦੀ ਵੱਡਾ ਕਰਦੇ, ਜਾਂ ਕਹਿ ਲਓ ਕਿ ਖਾਦ ਦਾ ਕੰਮ ਕਰਦੇ ਇੱਕ ਤਰ੍ਹਾਂ, ਕੋਈ ਇਵੇਂ ਦੀ ਫਸਲ ਆਉਂਦੀ ਹੈ? ਨਹੀਂ, ਇਸ ਤਰੀਕੇ ਦੀ ਫਸਲ ਤਾਂ ਨਹੀਂ ਹੈਗੀ ਹੈ, ਬਟ ਹਾਂ ਗੰਨੇ ਦੇ ਵਿੱਚ ਅੰਤਰ ਫਸਲ ਅਸੀਂ ਕਾਫੀ ਬੀਜ ਸਕਦੇ ਹਾਂ। ਠੀਕ ਹੈ, ਜੇ ਹੁਣ ਗੱਲ ਕਰੀਏ ਆਪਾਂ ਕਿ ਇਸ ਮੌਸਮ ਦੇ ਵਿੱਚ, ਠੀਕ ਹੈ, ਮੂੰਗੀ ਦੀ ਫਸਲ ਬੀਜੀ ਜਾ ਸਕਦੀ ਹੈ, ਮਾਹ ਦੀ ਫਸਲ ਬੀਜੀ ਜਾ ਸਕਦੀ ਸੀਗੀ, ਠੀਕ ਹੈ, ਭਿੰਡੀ ਲੱਗ ਸਕਦੀ ਸੀਗੀ। ਠੀਕ ਹੈ, ਅਤੇ ਜੇ ਪਤਝੜ ਰੁੱਤ ਦੀ ਗੱਲ ਕਰੀਏ ਤਾਂ ਬਹੁਤ ਸਾਰੀ ਅੰਤਰ ਫਸਲ ਦੇ ਤੌਰ 'ਤੇ ਕਿਸਮਾਂ ਫਸਲਾਂ ਰਿਕਮੈਂਡਡ ਹੈ। ਤੁਸੀਂ ਆਲੂ ਵੀ ਬੀਜ ਸਕਦੇ ਹੋ, ਕਣਕ ਬੀਜ ਸਕਦੇ ਹੋ, ਸਰੋਂ ਬੀਜ ਸਕਦੇ ਹੋ, ਪਿਆਜ਼ ਬੀਜ ਸਕਦੇ ਹੋ, ਲਸਣ ਬੀਜ ਸਕਦੇ ਹੋ। ਤਾਂ ਇਸ ਤਰੀਕੇ ਦੀ ਤਮਾਮ ਅੰਤਰ ਫਸਲ ਦੇ ਤੌਰ 'ਤੇ ਤੁਸੀਂ ਗੰਨੇ ਦੇ ਵਿੱਚ ਲਾ ਸਕਦੇ ਹੋ। ਸਗੋਂ ਅੰਤਰ ਫਸਲ ਲਾਉਣੀ ਚਾਹੀਦੀ ਹੈ, ਕਿਉਂਕਿ ਗੰਨੇ ਦੀ ਫਸਲ ਇਹ ਕੋਈ 4 ਜਾਂ 5 ਮਹੀਨੇ ਦੀ ਫਸਲ ਨਹੀਂ ਹੈਗੀ ਹੈ। ਇਹਨੂੰ ਘੱਟੋ ਘੱਟ 12 ਤੋਂ 13 ਮਹੀਨੇ ਇਹਨੂੰ ਲੱਗਦੇ ਆ ਖੇਤ ਦੇ ਵਿੱਚ, ਅਤੇ ਕਿਸਾਨ ਦਾ ਵੀ ਜੇ ਅੰਤਰ ਫਸਲ ਲਾਏਗਾ ਤਾਂ ਸਗੋਂ ਵੱਧ ਮੁਨਾਫਾ ਹੀ ਕਿਸਾਨ ਨੂੰ ਮਿਲੇਗਾ। ਡਾਕਟਰ ਸਾਹਿਬ, ਇਹਦੇ ਵਿੱਚ ਵਰਤੀਆਂ ਜਾਣ ਵਾਲੀਆਂ ਮੁੱਖ ਖਾਦਾਂ, ਉਸ ਬਾਰੇ ਸਾਨੂੰ ਦੱਸੋ। ਖਾਦਾਂ ਦੀ ਸਿਫਾਰਿਸ਼ ਵੈਸੇ ਤਾਂ ਮਿੱਟੀ ਪਰਖ ਦੇ ਆਧਾਰ 'ਤੇ ਹੋਣੀ ਚਾਹੀਦੀ ਹੈ। ਕਿਸਾਨ ਨੂੰ ਚਾਹੀਦਾ ਕਿ ਆਪਣੇ ਖੇਤ ਦੀ ਮਿੱਟੀ ਪਰਖ ਘੱਟੋ ਘੱਟ 3 ਸਾਲ 'ਚ ਇੱਕ ਵਾਰ ਜ਼ਰੂਰ ਕਰਾਵੇ। ਠੀਕ ਹੈ, ਅਤੇ ਪਟਿਆਲੇ ਦੇ ਵਿੱਚ ਵੀ ਲੈਬਸ ਹੈਗੀਆਂ ਜਿਹੜੀ ਮਿੱਟੀ ਪਰਖ ਕਰਦੀ ਹੈ, ਅਤੇ KVK ਰੌਣੀ ਦੇ ਵਿਖੇ ਮਿੱਟੀ ਪਰਖ ਦੀ ਲੈਬ ਹੈਗੀ ਹੈ। ਤੋ ਮਿੱਟੀ ਪਰਖ ਦੇ ਆਧਾਰ 'ਤੇ ਹੀ ਖਾਦ ਦੀ ਵਰਤੋਂ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਜੇ ਆਪਾਂ ਦਰਮਿਆਨੀ ਜ਼ਮੀਨ ਦੀ ਗੱਲ ਕਰੀਏ ਤਾਂ ਬੀਜਣ ਫਸਲ ਔਰ ਮੁੱਢੀ ਫਸਲ ਦੇ ਲਈ ਅਲੱਗ-ਅਲੱਗ ਖਾਦਾਂ ਦੀ ਸਿਫਾਰਿਸ਼ ਹੈਗੀ ਹੈ। ਜੇ ਬੀਜਣ ਫਸਲ ਦੀ ਗੱਲ ਕਰੀਏ ਤਾਂ 135 ਕਿਲੋ ਯੂਰੀਆ ਗੰਨੇ ਨੂੰ ਚਾਹੀਦਾ ਹੈ, ਅਤੇ ਮੁੱਢੀ ਫਸਲ ਨੂੰ 195 ਕਿਲੋ ਯੂਰੀਆ ਚਾਹੀਦਾ। ਡਾਕਟਰ ਸਾਹਿਬ, ਤੁਸੀਂ ਗੱਲ ਕੀਤੀ ਮਿੱਟੀ ਨੂੰ ਚੈੱਕ ਕਰਾ ਲੈਣਾ ਚਾਹੀਦਾ ਇੱਕ ਵਾਰ ਪਹਿਲਾਂ, ਤਾਂ ਇਹ ਮਿੱਟੀ ਕਿੱਦਾਂ ਉੱਪਰਲੀ ਸਤ੍ਹਾ 'ਚੋਂ ਜਾਂ ਕਿੰਨੇ ਸੈਂਟੀਮੀਟਰ ਕੋਈ ਇਹਦਾ ਹੁੰਦਾ ਹੈ? ਉਹਦਾ ਤਰੀਕਾ ਇਹ ਹੁੰਦਾ ਹੈ ਕਿ ਮਿੱਟੀ ਦੇ ਸੈਂਪਲ ਲੈਣ ਦਾ ਤਰੀਕਾ ਇਹ ਹੁੰਦਾ ਹੈ ਕਿ ਕਿਸਾਨ ਨੂੰ ਚਾਹੀਦਾ ਅੱਧਾ ਫੁੱਟ ਡੂੰਘਾ ਕੱਟ ਮਾਰੇ, V ਸ਼ੇਪ ਕੱਟ। ਠੀਕ ਹੈ, ਅਤੇ ਫਿਰ ਉਹਦੇ ਵਿੱਚੋਂ ਮਿੱਟੀ ਕੱਢ ਦਿੱਤੀ ਜਾਵੇ ਬਾਹਰ। ਠੀਕ ਹੈ, ਉੱਥੇ ਖਾਦ ਨਹੀਂ ਪਈ ਹੋਣੀ ਚਾਹੀਦੀ, ਕੋਈ ਫਸਲ ਨਹੀਂ ਹੋਣੀ ਚਾਹੀਦੀ ਹੈ ਜਦੋਂ ਸੈਂਪਲ ਲੈ ਰਿਹਾ ਹੋਊਗਾ। ਫਿਰ 1 ਇੰਚ ਤੈਅ ਦਾ ਕੱਟ ਮਾਰ ਕੇ ਉਹ ਜਿਹੜੀ ਮਿੱਟੀ ਹੈ ਉਹ ਇੱਕ ਤਸਲੇ 'ਚ ਭਰ ਲੇ। ਇਸ ਤਰੀਕੇ ਨਾਲ 1 ਕਿੱਲੇ ਦੇ ਮਗਰ ਉਹ 4-5 ਸੈਂਪਲ ਇਕੱਠਾ ਕਰੇ, ਉਸ ਨੂੰ ਰਲਾ ਕੇ ਅੱਧਾ ਕਿਲੋ ਸੈਂਪਲ ਬਣਾ ਲੇ। ਠੀਕ ਹੈ, ਫਿਰ ਇੱਕ ਉਸ ਨੂੰ ਬੈਗ ਦੇ ਵਿੱਚ, ਕੱਪੜੇ ਦੇ ਬੈਗ ਦੇ ਵਿੱਚ ਭਰ ਕੇ ਉਹਦੇ ਵਿੱਚ ਆਪਣਾ ਨਾਮ, ਪਿਤਾ ਦਾ ਨਾਮ, ਆਧਾਰ ਕਾਰਡ ਨੰਬਰ, ਮੋਬਾਈਲ ਨੰਬਰ ਅਤੇ ਖੇਤ ਦੀ ਚੋਣ, ਤਾਂ ਕਿ ਉਹਨੂੰ ਪਤਾ ਹੋਣਾ ਚਾਹੀਦਾ ਮੈਂ ਕਿਹੜੇ ਖੇਤ ਦੀ ਮਿੱਟੀ ਚੈੱਕ ਕਰਾਉਣੀ ਹੈ। ਉਹ ਦੇ ਕੇ, ਉਹ ਲੈਬ ਦੇ ਵਿੱਚ ਦੇ ਕੇ ਉਹ ਮਿੱਟੀ ਦੀ ਪਰਖ ਕਰਾ ਸਕਦਾ ਹੈ। ਸੋ ਖੇਤੀਬਾੜੀ ਮਹਿਕਮਾ ਸਬਸਿਡਾਈਜ਼ ਰੇਟ 'ਤੇ ਮਿੱਟੀ ਪਰਖ ਕਰਦਾ ਹੈ, ਅਤੇ ₹1 ਪਰ ਸੈਂਪਲ ਖੇਤੀਬਾੜੀ ਮਹਿਕਮਾ ਲੈਂਦਾ ਹੈ। ਠੀਕ ਹੈ, ਜੇ ਤੁਸੀਂ ਕਿਸੇ ਔਰ ਅਦਾਰੇ ਤੋਂ ਕਰਾਓਗੇ ਤਾਂ ਇੱਕ ਸੈਂਪਲ ਦੀ ਫਿਰ ₹50 ਲੱਗਦੇ। ਇਹ ਤਾਂ ਸਰਕਾਰ ਦੀ ਬਹੁਤ ਹੀ ਵਧੀਆ ਪਹਿਲ ਹੈ ਕਿ ਅਗਰ ਕਿਸਾਨ ₹1 ਵਿੱਚ ਆਪਣੀ ਫਸਲ ਨੂੰ ਪਰਖ ਕਰਾ ਲੈਣ ਤਾਂ ਲੱਖਾਂ ਦਾ ਮੁਨਾਫਾ ਕਮਾ ਸਕਦੇ। ਅਗਰ ਕਿੰਨੀ ਖਾਦ ਪਾਉਣੀ, ਕਿੰਨਾ ਯੂਰੀਆ ਪਾਉਣਾ, ਉਹਨਾਂ ਨੂੰ ਅੰਦਾਜ਼ਾ ਵਧੀਆ ਲੱਗ ਸਕਦਾ ਹੈ। ਬਿਲਕੁਲ, ਮਿੱਟੀ ਪਰਖ ਦੇ ਆਧਾਰ 'ਤੇ ਹੀ ਆਪਾਂ ਖਾਦਾਂ ਦੀ ਸਹੀ ਵਰਤੋਂ ਕਰ ਸਕਦੇ ਹਾਂ, ਸਗੋਂ ਬੇਲੋੜੀ ਖਰਚੇ ਆਪਾਂ ਘਟਾ ਸਕਦੇ ਹਾਂ। ਅਸੀਂ ਕਿਸਾਨਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਵੀ ਮਿੱਟੀ ਪਰਖ ਜ਼ਰੂਰ ਕਰਾਇਆ ਕਰਨ। ਦੇਖੋ, ਇਹ ਤਾਂ ਬਹੁਤ ਹੀ ਵਧੀਆ ਗੱਲ ਕਿ ਕਿਸੇ ਚੀਜ਼ ਦਾ ਅਗਰ ਮੁਨਾਫਾ ਵਧਾਉਣਾ ਹੋਵੇ ਤਾਂ ਜਾਂ ਤਾਂ ਉਹਦੀ ਲਾਗਤ ਘਟਾ ਦਿਓ, ਅਤੇ ਜਾਂ ਉਹਦੀ ਕਹਿ ਲਓ ਕਿ ਖਰੀਦ ਵਧਾ ਦਿਓ। ਤਾਂ ਮੈਨੂੰ ਲੱਗਦਾ ਕਿ ਕਿਸਾਨ ਭਰਾਵਾਂ ਲਈ ਇਹ ਬਹੁਤ ਹੀ ਵਧੀਆ ਜਾਣਕਾਰੀ ਹੈ ਕਿ ਉਹ ਆਪਣੀ ਲਾਗਤ ਨੂੰ ਕਿਵੇਂ ਘਟਾ ਸਕਦੇ ਆ। ਡਾਕਟਰ ਸਾਹਿਬ, ਮੈਂ ਤੁਹਾਨੂੰ ਪੁੱਛੂੰਗਾ ਕਿ ਗੰਨੇ ਨੂੰ ਆਪਾਂ ਇੱਕ ਤਰ੍ਹਾਂ ਸਹਾਇਕ ਧੰਦੇ ਦੇ ਤੌਰ 'ਤੇ ਕਿਵੇਂ ਆਪਾਂ ਲੈ ਸਕਦੇ ਹਾਂ? ਹਾਂ, ਮੈਂ ਕਿਸਾਨਾਂ ਨੂੰ ਪਹਿਲੇ ਗੁਜ਼ਾਰਿਸ਼ ਇਹ ਕਰੂੰਗਾ ਕਿ ਗੰਨਾ ਬੀਜਣ ਦਾ ਇੱਕ ਮੰਤਵ ਆਪਣਾ ਹੋਣਾ ਚਾਹੀਦਾ ਹੈ। ਗੰਨਾ ਬੀਜਣ ਦਾ ਕਈ ਮੰਤਵ ਹੋ ਸਕਦੇ ਆ ਕਿ ਗੰਨਾ ਆਪਾਂ ਨੇ ਮਿਲ ਨੂੰ ਸਪਲਾਈ ਕਰਨਾ ਹੈ, ਜਾਂ ਗੰਨਾ ਆਪਾਂ ਨੇ ਸਹਾਇਕ ਧੰਦੇ ਦੇ ਤੌਰ 'ਤੇ ਗੁੜ ਸ਼ੱਕਰ ਬਣਾਉਣਾ ਹੈ, ਜਾਂ ਗੰਨੇ ਨੂੰ ਬੀਜ ਦੇ ਤੌਰ 'ਤੇ ਸਪਲਾਈ ਕਰਨਾ ਹੈ। ਠੀਕ ਹੈ, ਅਤੇ ਇਹ ਕਿਸਾਨ ਨੂੰ ਚਾਹੀਦਾ ਕਿ ਪਹਿਲੇ ਆਪਣਾ ਮੰਤਵ ਜ਼ਰੂਰ ਰੱਖੇ। ਹਾਲਾਂਕਿ ਕਿਸਾਨਾਂ ਨੂੰ ਥੋੜ੍ਹਾ ਸਹਾਇਕ ਧੰਦੇ ਦੇ ਤੌਰ 'ਤੇ ਜ਼ਰੂਰ ਇਸ ਨੂੰ ਅਪਣਾਉਣਾ ਚਾਹੀਦਾ ਜਿੱਥੇ ਸ਼ੂਗਰ ਮਿਲਸ ਨਹੀਂ ਵੀ ਹੈਗੀਆਂ। ਅਤੇ ਹੁਣ ਦੇਖੋ, ਅੱਜ ਦੀ ਡੇਟ ਦੇ ਵਿੱਚ ਚੀਨੀ ਦਾ ਰੇਟ ₹37-38 ਹੈਗਾ। ਠੀਕ ਹੈ ਨਾ, ₹40 ਤੁਸੀਂ ਮੋਟਾ ਉਸ ਰਿਟੇਲ ਮਾਰਕੀਟ 'ਚ ਲੈ ਲਓ। ਜੇ ਤੁਸੀਂ ਗੁੜ ਸ਼ੱਕਰ, ਇੱਕ ਵਧੀਆ ਗੁੜ ਸ਼ੱਕਰ ਦੇ ਤੌਰ 'ਤੇ ਤੁਸੀਂ ਉਹਦਾ ਰੇਟ ਜੇ ਕਰ ਦਿਓ ਤਾਂ ₹60 ਤੋਂ ₹70 ਹੈਗਾ। ਅਤੇ ਮਤਲਬ ਆਪਾਂ ਦੇਖ ਸਕਦੇ ਹਾਂ ਕਿ ਆਲਮੋਸਟ 1.5 ਗੁਣਾ ਗੁੜ ਸ਼ੱਕਰ ਦਾ ਰੇਟ ਹੈ ਚੀਨੀ ਨਾਲੋਂ। ਠੀਕ ਹੈ, ਤਾਂ ਕਿਉਂ ਨਾ ਕਿਸਾਨ ਵੀਰ, ਠੀਕ ਹੈ ਨਾ, ਉਹ ਕੁਲਾੜੀ ਲਾ ਕੇ, ਠੀਕ ਹੈ, ਉਹ ਗੁੜ ਸ਼ੱਕਰ ਵਧੀਆ ਤਰੀਕੇ ਦਾ ਬਣਾ ਸਕਦੇ ਹੈ। ਅਤੇ ਇਹਦੇ ਲਈ ਖੇਤੀਬਾੜੀ ਮਹਿਕਮਾ ਟ੍ਰੇਨਿੰਗ ਵੀ ਦਿੰਦਾ ਹੈ। ਆਤਮਾ ਸਕੀਮ ਅਧੀਨ ਜਿਹੜੇ ਆਪਣੇ ਕਿਸਾਨ ਵੀਰ ਹੈ ਉਹ ਟ੍ਰੇਨਿੰਗ ਵੀ ਲੈ ਸਕਦੇ ਨੇ,
ਤੇ ਵਧੀਆ ਆਪਣਾ ਸਹਾਇਕ ਧੰਦੇ ਤੌਰ ਤੇ ਇਹਨੂੰ ਅਪਣਾ ਸਕਦੇ ਹਾਂ। ਇਸ ਤੋਂ ਇਲਾਵਾ ਇੱਕ ਹੋਰ ਵੀ ਹੈ ਕੰਮ ਕਿ ਕੁल्हाड़ी ਲਾ ਕੇ ਰਸ ਵੇਚਣ ਲਈ, ਠੀਕ ਹੈ, ਤੇ ਉਹਦੇ ਲਈ ਵੀ ਵੈਰਾਈਟੀ ਦੀ ਚੋਣ ਔਰ ਇਹ ਸਾਰੀ ਚੀਜ਼ਾਂ ਬਹੁਤ ਇੰਪੋਰਟੈਂਟ ਹੈ, ਠੀਕ। ਤੇ ਹੁਣ ਦੇ ਟਾਈਮ ਜੇ ਕੋਈ ਕੁल्हाड़ी ਵਾਲੇ ਤੋਂ ਤੁਸੀਂ ਪੁੱਛੋ ਤੇ ਕਿਤੇ ਸਰਕਾਰੀ ਰੇਟ 310 ਰੁਪਏ ਤੇ ਜਿਹੜੇ ਕੁल्हाड़ी ਵਾਲੇ ਰਸ ਵੇਚਦੇ ਨੇ ਉਹ 400 500 ਰੁਪਏ ਵੀ ਮੁੱਲ ਦੇ ਰਹੇ ਨੇ। ਡਾਕਟਰ ਸਾਹਿਬ ਇਹ ਚੀਜ਼ ਤਾਂ ਅਸੀਂ ਸਾਰੇ ਰੋਜ਼ ਦੇਖਦੇ ਹੀ ਹਾਂ ਕਿ ਪਹਿਲਾਂ ਗੁੜ ਇੱਕ ਪਿੰਡ ਦੀ ਖੁਰਾਕ ਹੁੰਦਾ ਸੀ, ਕਹਿ ਲਈਦਾ ਕਿ ਬੱਚੇ ਆਪਣੇ ਨਾਨਕੇ ਪਿੰਡ ਗਏ ਆ ਤੇ ਉੱਥੇ ਜਾ ਕੇ ਉਹਨਾਂ ਗੁੜ ਖਾਦਾ ਬੜੇ ਖੁਸ਼ ਹੁੰਦੇ, ਪਰ ਅੱਜ ਦੇ ਟਾਈਮ ਅਸੀਂ ਵੇਖਦੇ ਹਾਂ ਗੁੜ ਪੈਕਟਾਂ ਵਿੱਚ ਵੀ ਵਿਕ ਰਿਹਾ। ਤੁਹਾਨੂੰ ਲੱਗਦਾ ਆਉਣ ਵਾਲੇ ਟਾਈਮ 'ਤੇ ਜਿਹੜਾ ਗੰਨਾ ਆ ਇਹਦੀ ਡਿਮਾਂਡ ਹੋਰ ਵਧੇਗੀ? ਬਿਲਕੁਲ ਜੀ, ਗੁੜ ਦੀ ਡਿਮਾਂਡ ਤਾਂ ਵਧੇਗੀ ਕਿਉਂਕਿ ਅਵੇਅਰਨੈਸ ਵੱਧ ਰਹੀ ਹੈ, ਸ਼ਹਿਰਾਂ 'ਚ ਵੀ ਅਵੇਅਰਨੈਸ ਵੱਧ ਰਹੀ ਹੈ, ਪਿੰਡਾਂ ਦੇ ਵਿੱਚ ਤਾਂ ਹਰ ਕੋਈ ਯੂਜ਼ ਕਰਦਾ ਹੀ ਹੈ ਗੁੜ ਅਤੇ ਸ਼ੱਕਰ ਨੂੰ, ਠੀਕ ਹੈ। ਸ਼ਹਿਰਾਂ ਦੇ ਵਿੱਚ ਵੀ ਤੁਸੀਂ ਕਿਸੇ ਵੀ ਬੇਕਰੀ ਸ਼ਾਪ 'ਤੇ ਚਲੇ ਜਾਓ, ਉੱਥੇ ਗੁੜ ਦੇ ਬਿਸਕੁਟ, ਸ਼ੱਕਰ ਦੇ ਬਿਸਕੁਟ, ਈਵਨ ਘਰਾਂ ਦੇ ਵਿੱਚ ਵੀ ਹੁਣ ਸ਼ੱਕਰ, ਚੀਨੀ ਦੀ ਥਾਂ 'ਤੇ ਸ਼ੱਕਰ ਕਾਫੀ ਲੋਕ ਯੂਜ਼ ਕਰਦੇ ਹੈ ਕਿਉਂਕਿ ਅਵੇਅਰਨੈਸ ਇਸ ਤਰੀਕੇ ਨਾਲ ਕਿ ਸਾਰਿਆਂ ਨੂੰ ਪਤਾ ਹੈ ਗੁੜ ਅਤੇ ਸ਼ੱਕਰ ਦੇ ਵਿੱਚ ਆਇਰਨ ਕੰਟੈਂਟ ਜ਼ਿਆਦਾ ਹੁੰਦਾ ਹੈ, ਠੀਕ ਹੈ, ਅਤੇ ਡਾਇਬਟਿਕ ਵੀ ਹੈਗਾ ਕੋਈ ਤਾਂ ਉਹਦੇ ਲਈ ਵੀ ਬੈਨੀਫਿਟ ਹੈ। ਅਤੇ ਬੱਚਿਆਂ ਦੇ ਵਿੱਚ ਖਾਸ ਕਰ ਆਪਣੀ ਕੁੜੀਆਂ ਦੇ ਵਿੱਚ ਐਨੀਮਿਕ ਔਰ ਇਹ ਸਾਰੀ ਚੀਜ਼ਾਂ ਪ੍ਰੋਬਲਮ ਹੁੰਦੀ ਹੈ ਅਤੇ ਗੁੜ ਕਾਫੀ ਪ੍ਰੈਫਰ ਕਰਦੇ ਆ, ਈਵਨ ਡਾਕਟਰ ਵੀ ਪ੍ਰੈਫਰ ਕਰਦੇ ਨੇ। ਅਗਰ ਮੰਨ ਲਓ ਮੇਰੇ ਕੋਲ 4 ਕਿੱਲੇ ਪੈਲੀ ਆ ਅਤੇ ਮੈਂ ਇਹਦੀ ਬੈਚ ਫਾਰਮਿੰਗ ਕਰਨਾ ਚਾਹੁੰਦਾ, ਮੈਂ ਕਹਿੰਦਾ ਕਿ ਮੈਂ 1 ਕਿੱਲੇ ਪਹਿਲਾਂ ਗੰਨਾ ਲਾ ਲਿਆ, ਅਗਲੇ ਸਾਲ ਮੈਂ ਦੂਸਰੇ ਕਿੱਲੇ 'ਚ ਲਾਊਂਗਾ, ਤਾਂ ਉਹ ਗੰਨੇ ਤੋਂ ਬਾਅਦ ਕਿਹੜੀ ਫਸਲ ਬੀਜੀ ਜਾਵੇ ਜਿਹਦਾ ਜ਼ਿਆਦਾ ਫਾਇਦਾ ਹੋਵੇ, ਜਾਂ ਉਹ ਕੋਈ ਆਪਣੀ ਕੋਈ ਧਾਤ ਜਾਂ ਕੋਈ ਨਿਊਟਰੀਐਂਟਸ ਛੱਡਦਾ ਹੋਏਗਾ ਕਿ ਜ਼ਮੀਨ ਵਿੱਚ ਜਿਹੜੀ ਦੂਸਰੀ ਫਸਲ ਜ਼ਿਆਦਾ ਹੋ ਜਾਵੇ ਉਸ ਤੋਂ? ਗੰਨੇ ਦੇ ਬਾਅਦ ਤੁਸੀਂ ਕਣਕ ਬੀਜ ਸਕਦੇ ਹੋ, ਠੀਕ ਹੈ ਨਾ, ਕਿਉਂਕਿ ਗੰਨੇ ਦੀ ਜਿਹੜੀ ਹਾਰਵੈਸਟਿੰਗ ਹੋ ਜਾਂਦੀ ਹੈ ਉਹ ਨਵੰਬਰ, ਮਿਡ ਆਫ ਨਵੰਬਰ, ਮਤਲਬ ਡਿਪੈਂਡ ਕਰਦਾ ਹੈ ਕਿ ਭਾਈ ਮਿਲ ਕਦ ਚਾਲੂ ਹੋ ਰਹੀ ਹੈ, ਫਿਰ ਵੀ ਮਿਡ ਨਵੰਬਰ ਜਾਂ ਐਂਡ ਆਫ ਨਵੰਬਰ ਦੇ ਵਿੱਚ ਹੋ ਜਾਂਦੀ ਹੈ, ਤੁਸੀਂ ਕਣਕ ਬੀਜ ਸਕਦੇ ਹੋ ਗੰਨੇ ਦੇ ਬਾਅਦ। ਅਤੇ ਕਣਕ ਤੋਂ ਬਾਅਦ ਫਿਰ ਤੁਸੀਂ ਔਰ ਕ੍ਰੌਪ ਫਿਰ ਔਰ ਬੀਜ ਸਕਦੇ ਹੋ, ਆਪਣੀ ਵਿਉਂਤਬੰਦੀ ਦੇ ਹਿਸਾਬ ਨਾਲ ਕਿਸਾਨ ਇਹਨੂੰ ਡਿਸਾਈਡ ਕਰ ਸਕਦਾ ਹੈ। ਗੰਨੇ ਦੀ ਸਗੋਂ ਤੁਸੀਂ ਗੰਨੇ ਨੂੰ ਮੁੱਢੀ ਫਸਲ ਦੇ ਤੌਰ 'ਤੇ ਵੀ ਰੱਖ ਸਕਦੇ ਹੋ। ਮੁੱਢਾ ਗੰਨਾ ਰੱਖਣਾ ਜ਼ਿਆਦਾ ਫਾਇਦੇਮੰਦ ਹੈ ਕਿਉਂਕਿ ਸਭ ਤੋਂ ਜ਼ਿਆਦਾ ਜਿਹੜਾ ਖਰਚਾ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਗੰਨੇ ਦੇ ਵਿੱਚ ਬੀਜ ਦਾ ਖਰਚਾ ਹੈ। ਜੇ ਆਪਾਂ ਮੁੱਢੀ ਫਸਲ ਰੱਖਾਂਗੇ ਤਾਂ ਵਾਹੀ ਦਾ ਖਰਚਾ ਅਤੇ ਬੀਜ ਦਾ ਖਰਚਾ ਹੈ ਕਿਸਾਨਾਂ ਦਾ ਬਚਦਾ ਹੈ, ਅਤੇ ਇਸ ਲਈ ਮੁੱਢੀ ਫਸਲ ਜ਼ਰੂਰ ਰੱਖਣੀ ਚਾਹੀਦੀ ਗੰਨੇ ਦੀ। ਅਗਰ ਕੋਈ ਕਿਸਾਨ ਸੋਚੇ ਕਿ ਮੈਂ 10 ਕਿੱਲੇ ਠੇਕੇ 'ਤੇ ਲੈ ਕੇ ਗੰਨੇ ਦੀ ਹੀ ਖੇਤੀ ਕਰਾਂ, ਤਾਂ ਉਹਦਾ ਜਿਹੜਾ ਆਉਣ ਵਾਲਾ ਉੱਤੇ ਖਰਚਾ ਆ ਅਤੇ ਉਹਦਾ ਵਿਕਣ ਦਾ ਜੋ ਭਾਅ ਆ ਉਹਦੇ ਵਿੱਚ ਕਿਸਾਨ ਨੂੰ ਕਿੰਨਾ ਕੁ ਫਾਇਦਾ ਹੋ ਸਕਦਾ ਆਮ ਰਵਾਇਤੀ ਫਸਲਾਂ ਨਾਲੋਂ? ਗੰਨਾ ਇੱਕ ਇਸ ਤਰੀਕੇ ਦਾ ਹੈ ਕਿ ਸ਼ੂਗਰ ਮਿਲ ਇੱਕ ਕੰਟਰੈਕਟ ਕਰਦੀ ਹੈ ਜਿਹਨੂੰ ਆਪਾਂ ਬੌਂਡ ਕਹਿੰਦੇ, ਠੀਕ ਹੈ ਨਾ, ਅਤੇ ਐਟਲੀਸਟ ਫਾਰਮਰ ਇੱਕ ਸੇਫ ਤਾਂ ਹੈ ਕਿ ਉਹਦੀ ਫਸਲ ਵਿਕੇਗੀ, ਠੀਕ ਹੈ। ਸ਼ੂਗਰ ਮਿਲ ਜਿੰਨਾ ਬੌਂਡ ਕੀਤਾ ਉਹਨੇ ਖਰੀਦਣਾ ਹੀ ਪਏਗਾ ਉਹਨੂੰ, ਠੀਕ ਹੈ ਨਾ। ਅਤੇ ਗੱਲ ਜੇ ਆਪਾਂ ਕਰੀਏ ਕਿ ਉਹ ਕਿੰਨਾ ਫਾਇਦਾ ਹੋਏਗਾ, ਉਹ ਡਿਪੈਂਡ ਕਰਦਾ ਹੈ ਕਿ ਜਿਵੇਂ ਮੈਂ ਪਹਿਲੇ ਵੀ ਕਹਿ ਕੇ ਹਟਿਆ ਕਿ ਵੀ ਅੰਤਰ ਫਸਲ ਜ਼ਰੂਰ ਬੀਜਣੀ ਚਾਹੀਦੀ ਹੈ। ਜੇ ਆਪਾਂ ਅੰਤਰ ਫਸਲ ਬੀਜਾਂਗੇ ਆਪਣੀ ਵਿਉਂਤਬੰਦੀ ਦੇ ਹਿਸਾਬ ਨਾਲ ਅਲੱਗ-ਅਲੱਗ ਅੰਤਰ ਫਸਲਾਂ ਹੈਗੀਆਂ ਅਤੇ ਆਪਾਂ ਬਹੁਤ ਮੁਨਾਫਾ ਲੈ ਸਕਦੇ ਹਾਂ। ਅਤੇ ਜਿੱਥੋਂ ਦੀ ਪ੍ਰਾਈਸ ਦੀ ਗੱਲ ਹੈ ਅਤੇ ਸਰਕਾਰ ਗੰਨੇ ਦਾ ਪ੍ਰਾਈਸ ਨਿਰਧਾਰਿਤ ਕਰਦੀ ਹੈ, ਸਟੇਟ ਗੌਰਮੈਂਟ ਔਰ ਸੈਂਟਰਲ ਗੌਰਮੈਂਟ ਦੋਨੋਂ ਕਰਦੀ ਹੈ, ਅਤੇ ਉਹਦੇ ਹਿਸਾਬ ਨਾਲ ਕਿਸਾਨ ਵੱਧ ਤੋਂ ਵੱਧ ਮੁਨਾਫਾ ਲੈ ਸਕਦੇ ਹੈ। ਡਾਕਟਰ ਸਾਹਿਬ ਇੱਕ ਤੁਸੀਂ ਸ਼ਬਦ ਵਰਤਿਆ ਮੁੱਢੇ ਤੋਂ ਤੁਹਾਡਾ ਕੀ ਭਾਵ ਹੈ? ਮੁੱਢੀ ਫਸਲ ਹੁੰਦੀ ਹੈ ਕਿ ਜਦ ਆਪਾਂ ਨੇ ਬੀਜ ਬੀਜਿਆ, ਠੀਕ ਹੈ ਨਾ, ਉਸ ਤੋਂ ਬਾਅਦ ਫਿਰ 1 ਸਾਲ ਬਾਅਦ ਜਦੋਂ ਉਹਨੂੰ ਵੱਢਿਆ ਤਾਂ ਉਸ ਤੋਂ ਵੱਡੇ ਵਾਲੇ ਬੀਜ ਤੋਂ ਜਿਹੜੀ ਕ੍ਰੌਪ ਉੱਗਦੀ ਹੈ, ਠੀਕ ਹੈ ਨਾ, ਉਸ ਤੋਂ ਜਿਹੜਾ ਬੂਝਾ ਹੁੰਦਾ ਉਹ ਮੁੱਢੀ ਫਸਲ ਕਹਿਲਾਉਂਦੀ ਹੈ। ਮੁੱਢੀ ਫਸਲ ਦਾ ਫਾਇਦਾ ਇਹ ਕਿ ਇੱਕ ਤਾਂ ਬੀਜ ਦਾ ਖਰਚਾ ਆਪਣਾ ਬਚ ਗਿਆ, ਇੱਕ ਆਪਣਾ ਬਿਜਾਈ ਦਾ ਖਰਚਾ ਬਚ ਗਿਆ, ਅਤੇ 2 ਸਾਲ ਦਾ ਹੀ ਆਪਾਂ ਨੇ ਮੁੱਢਾ ਰੱਖਣਾ ਹੈ। ਇਹ 2 ਸਾਲ ਦਾ ਜੇ ਆਪਾਂ ਸਹੀ ਕੇਅਰ ਕਰਾਂਗੇ ਤਾਂ ਕੋਈ ਉਸ 'ਚ ਨੁਕਸਾਨ ਨਹੀਂ ਹੁੰਦਾ, ਠੀਕ ਹੈ, ਅਤੇ ਨਾਲੇ ਫਾਇਦਾ ਹੀ ਬਹੁਤ ਹੈ ਕਿਉਂਕਿ ਮੈਂ ਪਹਿਲੇ ਵੀ ਕਹਿ ਕੇ ਹਟਿਆ ਕਿ ਸਭ ਤੋਂ ਜ਼ਿਆਦਾ ਜਿਹੜਾ ਖਰਚਾ ਹੈ ਉਹ ਬਿਜਾਈ ਦੇ ਵਿੱਚ ਬੀਜ ਦਾ ਹੀ ਖਰਚਾ ਹੈ। ਅਤੇ ਕਿਸਾਨ ਜੇ ਮੁੱਢੀ ਫਸਲ ਕਿਸਾਨ ਲੱਗਦਾ ਹੈ ਅਤੇ ਇੱਕ ਤਾਂ ਬੀਜ ਦਾ ਖਰਚਾ ਬਚ ਗਿਆ, ਇੱਕ ਬਿਜਾਈ ਦਾ ਖਰਚਾ ਬਚ ਗਿਆ। ਤਾਂ ਇਹ ਸਨ ਖੇਤੀਬਾੜੀ ਵਿਕਾਸ ਅਫਸਰ ਗੰਨਾ ਡਾਕਟਰ ਗੌਰਵ ਅਰੋੜਾ, ਜਿਨ੍ਹਾਂ ਨੇ ਬੜੀ ਹੀ ਸੰਖੇਪ ਜਾਣਕਾਰੀ ਸਾਨੂੰ ਗੰਨੇ 'ਤੇ ਦਿੱਤੀ, ਕਿਵੇਂ ਤੁਸੀਂ ਉਹਨੂੰ ਬੀਜ ਸਕਦੇ ਹੋ ਘੱਟ ਲਾਗਤ ਨਾਲ, ਅਤੇ ਕਿਵੇਂ ਉਹਦਾ ਝਾੜ ਜ਼ਿਆਦਾ ਪੈਦਾ ਕਰ ਸਕਦੇ ਹੋ, ਕਮਾਈ ਕਰ ਸਕਦੇ ਹੋ, ਸਹਾਇਕ ਧੰਦਾ ਬਣਾ ਸਕਦੇ ਹੋ। ਤਾਂ ਅਸੀਂ ਗੌਰਵ ਅਰੋੜਾ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਸਾਡੇ ਖੇਤੀਬਾੜੀ TV ਚੈਨਲ 'ਤੇ ਆਉਣ ਲਈ ਅਤੇ ਸਾਡੇ ਦਰਸ਼ਕਾਂ ਜ਼ਿਮੀਂਦਾਰ ਭਰਾਵਾਂ ਨੂੰ ਇੰਨੀ ਅਹਿਮ ਜਾਣਕਾਰੀ ਦੇਣ ਲਈ। ਗੌਰਵ ਅਰੋੜਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ।